ਜਿਵੇਂ ਮਾਰਿਆ ਅਗਲਾ ਤੇ ਥੱਲੇ ਹੋ ਗਿਆ, ਇੱਕ ਦੇ ਦਿਮਾਗ 'ਚ ਇੱਥੇ ਮੱਥੇ ਤੇ ਆ ਗਿਆ, ਸੋਟਾ ਵੱਜਾ, ਉਹਦਾ ਸਿਰ ਪਾਟ ਗਿਆ। ਉਹ ਫਿਰ ਦੂਸਰਾ ਫਿਰ ਉਹਨੂੰ ਹੀ ਮਾਰਨ ਲੱਗਾ। ਪਲਾਸਟਿਕ ਲੈ ਕੇ ਜਾਈਦਾ ਸੀ, ਪਲਾਸਟਿਕ ਥੱਲੇ ਪਾਇਆ ਕਿਧਰੇ ਵੀ ਜੰਗਲ 'ਚ ਪਾ ਕੇ, ਉਹੀ ਸਾਡਾ ਬਿਸਤਰਾ ਸੀ, ਸਾਰਾ ਕੁਛ ਉਹੀ ਸੀ। ਤੇ ਇੱਕ ਇੱਕ ਚਾਦਰ ਲੈ ਜਾਂਦੇ ਸਾਂ। ਪਹਿਲੇ ਬਰਸਾਤੀਆਂ ਲੈ ਕੇ ਜਾਂਦੇ ਸਾਂ, ਬਰਸਾਤੀਆਂ ਦਾ ਵਜ਼ਨ ਹੀ ਇੰਨਾ ਹੋ ਜਾਂਦਾ ਸੀ, ਇਸ ਕਰਕੇ ਬਰਸਾਤੀਆਂ ਨਹੀਂ। ਉੱਤੋਂ ਆਰਮੀ ਪੈ ਗਈ ਤਕਰੀਬਨ, ਕਈ ਸੌ ਗਏ ਨੇ ਵਿੱਚ, ਕਈ ਨਹੀਂ ਸੁੱਤੇ। 8 ਦਿਨਾਂ ਬਾਅਦ ਆਰਮੀ ਪੈ ਗਈ? ਨਹੀਂ, 11 ਦਿਨਾਂ ਬਾਅਦ। 11 ਦਿਨਾਂ ਬਾਅਦ। ਅਸਲਾਮ ਵਾਲੇਕੁਮ ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਅਵੈਸ ਭਾਈ ਦੀ ਡੰਕੀ ਦੀ ਸਟੋਰੀ ਦਾ 8ਵਾਂ ਪਾਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਪਹਿਲਾਂ ਪਿਛਲੀ ਸਟੋਰੀ ਦੇ ਵਿੱਚ ਇਹਨਾਂ ਨੇ ਟਰਾਈ ਕੀਤੀ ਸੀ ਇਟਲੀ ਜਾਣ ਦੀ, ਪਰ ਉਹ ਫੜੇ ਗਏ ਤੇ ਵਾਪਸ ਕੈਂਪ 'ਚ ਆ ਗਏ ਨੇ। ਤੇ ਹੁਣ ਅਗਲੀ ਸਟੋਰੀ ਇਹਨਾਂ ਕੋਲ ਪੁੱਛਦੇ ਆ ਕਿ ਫਿਰ ਇਹਨਾਂ ਕਿਸ ਤਰ੍ਹਾਂ ਡੰਕੀ ਲਾਈ। ਅਵੈਸ ਭਾਈ ਨੂੰ ਤੁਸੀਂ ਯਾਰ ਟਿਕਟੋਕ ਦੇ ਉੱਤੇ ਫਾਲੋ ਕਰੋ। ਇਹਨਾਂ ਦਾ ਟਿਕਟੋਕ ਅਕਾਊਂਟ ਇਜਰਾਰ ਗੁੱਜਰ ਇਜਰਾਰ ਦੇ ਨਾਂ 'ਤੇ ਥੱਲੇ ਤੁਹਾਨੂੰ ਲਿੰਕ ਵੀ ਨਜ਼ਰ ਆਈਏਗਾ। ਤੇ ਮੈਨੂੰ ਮੇਰੇ ਨਾਲ ਅਗਰ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਫਾਲੋ ਕਰਨਾ ਚਾਹੁੰਦੇ ਹੋ ਇੰਸਟਾਗ੍ਰਾਮ 'ਤੇ, ਮੈਨੂੰ ਤੁਸੀਂ ਫਾਲੋ ਕਰ ਸਕਦੇ ਹੋ। ਲਓ ਜੀ, ਹਾਂਜੀ ਹੁਣ ਦੱਸੋ ਜੀ। ਤੁਸੀਂ ਉੱਥੇ ਡਿਪੋਰਟ ਹੋ ਕੇ ਆਏ ਆ ਜਿਸ ਟਾਈਮ ਉੱਥੇ ਕੈਂਪ 'ਚ ਗਏ ਆ। ਕੈਂਪ 'ਚ ਆਪਣਾ ਉਹਨਾਂ ਨੂੰ ਕੱਪੜੇ ਜੁੱਤੀਆਂ ਦਾ ਕੈਂਪ ਵਾਲਿਆਂ ਨੂੰ ਕਿਹਾ, ਸਿਕਿਉਰਟੀ ਵਾਲਿਆਂ ਨੂੰ ਜਿਹੜੇ ਹੁੰਦੇ ਨੇ, ਤੇ ਕੱਪੜੇ ਉਹਨਾਂ ਨੂੰ ਕਿਹਾ ਕਿ ਸਾਡੇ ਕੋਲ ਕੋਈ ਸ਼ੈ ਨਹੀਂ ਹੈ। ਹਰ ਸ਼ੈ ਲਵਾ ਲਈ ਸੀ ਉਹਨਾਂ ਨੇ, ਬੂਟ ਵੀ ਨਹੀਂ ਸੀ ਹੈ, ਐਵੇਂ ਨੰਗੇ ਪੈਰ ਹੀ ਸਾਂ। ਬਾਕੀ ਐਤਕੀ ਨੇੜੇ ਡਿਪੋਰਟ ਕੀਤਾ ਸੀ ਤੇ ਟੈਨਸ਼ਨ ਨਹੀਂ ਸੀ ਇਤਨੀ ਬਣੀ ਹੈ। ਜਾ ਕੇ ਫਿਰ ਆਪਣਾ ਜੁੱਤੀਆਂ ਪਾ ਲਈਆਂ ਸਨ ਕਿਸੇ ਕੋਲੋਂ। ਉਸ ਟਾਈਮ ਬੰਦਾ ਜਿਸ ਟਾਈਮ ਡਿਪੋਰਟ ਹੋ ਕੇ ਆਉਂਦਾ ਹੈ ਨਾ, ਇੱਕ ਟਰੋਜ਼ਰ ਨੂੰ ਵੀ ਤਰਸਦਾ ਕਿ ਕੋਈ ਟਰੋਜ਼ਰ ਪਾਟਾ ਪੁਰਾਣਾ ਹੀ ਲੱਭ ਜੇ ਕਿ ਨਾ ਕੇ ਬੰਦਾ ਕੱਪੜੇ ਚੇਂਜ ਕਰ ਲਵੇ। ਜਦੋਂ ਡਿਪੋਰਟ ਹੋ ਕੇ ਆਉਂਦਾ ਨਾ ਜੰਗਲ 'ਚ ਸੋ ਕੇ ਨਾ, ਬੜਾ ਜਿਹੜਾ ਨਾ ਨਿਜ਼ਾਮ ਇਹੋ ਜਿਹਾ ਖਰਾਬ ਹੋ ਜਾਂਦਾ। ਤੇ ਖੈਰ ਉਹਨਾਂ ਇੱਕ ਇੱਕ ਟਰੋਜ਼ਰ ਦੇ ਦਿੱਤਾ, ਇੱਕ ਇੱਕ ਕੱਛਾ ਦੇ ਦਿੱਤਾ। ਸਹੀ ਹੈ, ਕੱਛਾ ਜਿਹੜਾ ਹੁੰਦਾ ਕੋਡੀ ਗੁੱਡੀ ਖੇਡਦੇ ਨੇ ਪਾ ਕੇ, ਇਹੋ ਜਿਹਾ ਕੱਛਾ। ਇੱਕ ਇੱਕ ਸ਼ਰਟ ਦੇ ਦਿੱਤੀ, ਟੀ ਸ਼ਰਟ, ਕੋਟ ਵਗੈਰਾ ਫਿਰ ਨਹੀਂ ਦਿੱਤਾ। ਹਾਂਜੀ। ਤੇ ਆਪਣਾ ਉੱਥੇ ਫਿਰ ਅਸੀਂ ਟਾਈਮ ਜਿਵੇਂ ਗੁਜ਼ਰਦਾ ਰਿਹਾ ਉਵੇਂ ਫਿਰ ਅਸੀਂ ਇੱਕ ਇੱਕ ਟਰੋਜ਼ਰ ਆਪਣਾ ਮੁੱਲ ਵੀ ਲੈ ਲਿਆ। ਦੁਕਾਨਾਂ ਵੀ ਹੈ ਨੇ, ਮਾਰਕੀਟਾਂ ਨੇ, ਤਕਰੀਬਨ 3 ਤੋਂ 4 ਮਾਰਕੀਟਾਂ ਨੇ ਕੈਂਪ ਦੇ ਵਿੱਚ। ਵਾਹ ਜੀ ਵਾਹ। ਹਾਂਜੀ। ਤੇ ਉੱਥੋਂ ਅਸੀਂ ਕੱਪੜੇ ਵੀ ਬੋਟ ਵੀ ਉਹਨਾਂ ਨੂੰ ਕਿਹਾ ਸੀ, ਨਹੀਂ ਉਹਨਾਂ ਲੈ ਕੇ ਦਿੱਤੇ। ਫਿਰ ਅਸੀਂ ਆਪਣੇ ਆਪ ਲੈ ਲਏ ਸਨ ਪੈਸੇ ਘਰੋਂ ਮੰਗਾ ਕੇ। ਸਹੀ। ਤੇ ਫਿਰ ਆਪਣਾ ਇਵੇਂ ਹੀ ਨਿਜ਼ਾਮ ਚਲਾਉਂਦੇ ਰਹੇ। ਰੋਟੀ ਦਾ ਤੁਹਾਨੂੰ ਅੱਗੇ ਵੀ ਦੱਸਿਆ ਕਿ ਕਿਹੋ ਜਿਹਾ ਸੀਨ ਹੈ, ਇਹ ਸਿਸਟਮ ਸੀ। ਤੇ ਆਪਣੇ ਖਾਂਦੇ ਰਹੇ ਹਾਂ। ਆਪਣਾ ਇੱਕ ਟਾਈਮ ਆਪਣੀ ਖਾ ਲਈ ਦੀ ਸੀ, ਇੱਕ ਟਾਈਮ ਉਹਨਾਂ ਦੀ ਖਾ ਲਈ ਦੀ ਸੀ। ਸੁਬਾਹ ਦਾ ਨਾਸ਼ਤਾ ਤਾਂ ਅਸੀਂ ਕਰਦੇ ਨਹੀਂ ਸਾਂ, ਸਾਡੇ ਕੋਲ ਹੁੰਦਾ ਵੀ ਨਹੀਂ ਸੀ ਉਹ ਨਾਸ਼ਤਾ, ਐਸਾ ਸਿਸਟਮ ਸੀ। ਹਾਂ ਵੈਸੇ ਇਹ ਨਿਜ਼ਾਮ ਇੱਕ ਹੋਰ ਮੈਂ ਦੱਸ ਦਿਆਂ, ਉੱਥੇ ਕੈਂਪ 'ਚ ਨਾ ਇਟਲੀ ਦੇ ਮਤਲਬ ਲੇਡੀਜ਼ ਬੰਦੇ ਜਿਹੜੇ ਨਾ ਬੋਸਨੀਆ 'ਚ ਗਏ ਨੇ, ਉਹ ਗੇਮਾਂ ਕਰਾਉਂਦੇ ਨੇ ਜੀਆਂ ਦੀਆਂ। ਮਤਲਬ ਇਵੇਂ ਕਿ ਤੁਸੀਂ ਵਿਹਲੇ ਹੋ ਨਾ, ਉਹਨਾਂ ਕੋਲ ਚਲੇ ਜਾਓ, ਦਿਲ ਲਾਈ ਰੱਖਦੇ ਨੇ। ਮਤਲਬ ਗੋਟ ਵਾਲੀ ਗੇਮ ਹੋ ਗਈ, ਹੋਰ ਤਾਸ਼, ਲੂਡੋ, ਹਾਂਜੀ, ਕ੍ਰਿਕਟ ਹੋ ਗਈ, ਗੇਂਦ ਬੱਲਾ ਲਿਆ ਕੇ ਦਿੰਦੇ ਨੇ। ਉਹ ਚਿੜੀ ਛੱਕਾ ਜਗ੍ਹਾ ਬਣਾਈ ਹੈ ਉਹਨਾਂ ਜਿੱਥੇ ਰੋਟੀ ਛੋਟੀ ਖਾਈ ਦੀ ਨਾ, ਉਹ ਫਿਰ ਬੈਂਚ ਚੁੱਕ ਦਿੰਦੇ ਨੇ ਉਦੋਂ ਹੀ। ਫਿਰ ਉਹਦੇ ਵਿੱਚ ਉਹ 11 ਵਜੇ ਤੋਂ ਲੈ ਕੇ ਤਕਰੀਬਨ 1 ਵਜੇ ਤੱਕ ਫਿਰ ਰੋਟੀ ਦਾ ਟਾਈਮ ਹੋ ਜਾਂਦਾ ਨਾ। ਰੋਟੀ ਤੋਂ ਬਾਅਦ ਫਿਰ 1.5 ਘੰਟਾ ਫਿਰ ਉਹ 4 ਵਜੇ ਚਲੇ ਜਾਂਦੇ ਨੇ। ਫਿਰ ਚੁੱਕ ਡੰਡਾ ਵੀ ਖੇਡੀ ਦਾ ਸੀ ਅਸੀਂ ਉੱਥੇ। ਵਾਹਵਾ ਪਾਰਕ ਟਾਈਪ ਜੀ ਬਣੀ ਸੀ, ਖੁੱਲੀ ਮੈਦਾਨ, ਉਹਦੇ ਚੁੱਕ ਡੰਡਾ ਵੀ ਖੇਡਦੇ ਸਾਂ ਅਸੀਂ। ਮਤਲਬ ਕਿ ਇਵੇਂ ਹੀ ਨਿਕਲਦੇ ਨੇ ਦਿਨ, ਇਤਨੇ ਸੌਖੇ ਤਾਂ ਨਹੀਂ ਹੈ। ਤਕਰੀਬਨ 6 ਮਹੀਨੇ ਕੱਢ ਕੇ ਆਇਆ ਮੈਂ ਉਹ ਕੈਂਪ 'ਚ। ਉਹ ਤੋਂ 8-10 ਦਿਨ ਨਿਕਲੇ ਨੇ ਤੇ ਇਵੇਂ ਹੀ ਔਖੇ ਸੌਖੇ ਜਿਹੇ ਹੋ। ਤੇ ਘਰੋਂ ਪੈਸੇ ਮੰਗਾਏ ਤੇ ਫਿਰ ਅਸੀਂ ਇੱਕ ਬੰਦੇ ਨਾਲ ਗੱਲ ਕੀਤੀ, ਉਹਨੇ ਆਉਣਾ ਸੀ ਲੋਕੇਸ਼ਨ 'ਤੇ ਸਾਡੇ ਨਾਲ। ਉਹਦੀ ਵੀ ਗੱਲ ਹੋਈ, ਉਹਨੇ ਕਿਹਾ 300-400 ਦੇ ਦਿਆ ਜੀ। ਸਹੀ ਹੈ। ਟੂਰਿਸਟ ਜਾ ਕੇ ਨਾ, ਮੇਨ ਇਟਲੀ ਦਾ ਸ਼ਹਿਰ ਜਿਹੜਾ ਪਹਿਲੇ ਆਉਂਦਾ, ਟੂਰਿਸਟ ਜਾ ਕੇ ਤੇ ਆਪਣਾ ਪੇਮੈਂਟ ਲਵਾ ਦਿਆ ਜੀ। 300-400 ਜਿੰਨੇ ਵੀ ਦੇਣੇ ਹੋਏ ਦੇ ਦਿਆ ਜੀ, ਟੈਨਸ਼ਨ ਨਹੀਂ ਹੈ। ਅਸੀਂ ਕਿਹਾ ਸਹੀ ਹੈ। ਅਸੀਂ ਉਦੋਂ ਲਵਾਏ। ਉਹਨੂੰ ਕਹਿੰਦਾ ਸੀ ਆਪਣੇ ਪਰਾਂਠੇ ਬਣਾਓ, ਮਤਲਬ ਕਿ ਰੋਟੀਆਂ ਆਪਣੀਆਂ ਬਣਾਓ, ਆਪਣੀਆਂ ਜਿਹੜੀਆਂ ਫਿਰ ਪੈਕ ਕਰ ਲਿਆ ਜੇ ਕਲੀ ਨਹੀਂ ਹੁੰਦੀ, ਕਲੀ 'ਚ। ਅਸੀਂ ਲੇਟ ਹੋ ਗਏ ਸਾਂ, ਕੋਈ ਆਡਰਾਮੀ ਆਪਣੀ ਬੜੀ ਸੀ ਤੇ ਥੱਕ ਜੀ ਦਾ ਸੀ ਉਹ ਸਾਰਾ ਦਿਨ ਫਿਰ ਕੇ, ਹੋਰ ਕੋਈ ਕੰਮ ਵੀ ਨਹੀਂ ਸੀ ਹੁੰਦਾ। ਤੇ ਅਸੀਂ ਰਾਤ ਨੂੰ ਲਵਾ ਕੇ ਰੱਖ ਲਏ ਉਹਦੇ ਕੋਲੋਂ ਹੋਟਲ ਤੋਂ ਪਰਾਠੇ। ਤੇ ਸੁਬਾਹ ਅਸੀਂ ਰਾਤੀ ਪੈਕ ਕਰਕੇ ਸੋ ਗਏ ਹਾਂ। ਸੁਬਾਹ ਤਕਰੀਬਨ 8 ਵਜੇ ਉੱਠੇ ਹਾਂ। ਮਤਲਬ ਬੂਟ ਸ਼ੂਟ ਪਾਏ ਨੇ ਆਪਣੇ ਜਿਹੜੇ ਨਵੇਂ ਲਿਆਂਦੇ ਸਨ, ਕੱਪੜੇ ਪਾਏ ਨੇ। ਸਰਦੀ ਉਹ ਹੋ ਜਾਂਦੀ ਹੈ ਤਕਰੀਬਨ 6ਵੇਂ-7ਵੇਂ ਮਹੀਨੇ ਤੱਕ ਨਾ ਉੱਥੇ। ਅਸੀਂ ਨਿਕਲੇ ਹਾਂ, ਤਰੇਲ ਵੀ ਪੈਂਦੀ ਸੀ ਉਦੋਂ।
ਅੱਛਾ। ਉੱਥੋਂ ਅਸੀਂ ਗਏ ਹਾਂ ਬਿਆਸ, ਅੱਗੇ ਅਸੀਂ ਪੈਦਲ ਗਏ ਸਾਂ, ਐਤਕੀ ਗਏ ਸਾਂ ਟੈਕਸੀ 'ਚ। ਉੱਥੇ ਪਾਰਕਿੰਗ ਲੱਗਦੀ ਹੈ ਰੋਡ ਦੇ ਉੱਤੇ ਇੱਕ ਸਾਈਡ 'ਤੇ, ਉੱਥੇ ਟੈਕਸੀਆਂ ਵਗੈਰਾ ਮਿਲ ਵੀ ਜਾਂਦੀਆਂ ਨੇ। ਫਿਰ ਫੋਨ ਕਰਕੇ ਇੱਥੇ ਜੀਆਂ ਕੋਲ ਨੰਬਰ ਹੁੰਦੇ ਨੇ ਉਹਨਾਂ ਦੇ ਪੁਰਾਣੇ ਜੀ ਜਿਹੜੇ ਜੀ ਹੁੰਦੇ ਨੇ, ਅਤੇ ਸਾਡੇ ਕੋਲ ਵੀ ਆਇਆ ਸੀ, ਅਸੀਂ ਵੀ ਪਿੱਛੇ ਰਾਬਤਾ ਕੀਤਾ ਸੀ ਉਹ ਟੈਕਸੀ ਵਾਲੇ ਨਾਲ। ਉਹਨੂੰ ਅਸੀਂ ਫੋਨ ਮਾਰਿਆ, ਉਹ ਆਇਆ, ਉਹਨੇ ਕਿਹਾ ਮੈਂ ਮਤਲਬ ਕਿਰਾਇਆ ਲਾਂਗਾ 30 ਯੂਰੋ, 4 ਬੰਦਿਆਂ ਦੇ 30 ਯੂਰੋ। ਅਸੀਂ ਉਹਨੂੰ ਕਿਹਾ ਮਤਲਬ ਜਿਵੇਂ ਕਿ ਹੁੰਦਾ ਹੀ ਇਹ ਘੱਟ ਕਰਾਉਣਾ। ਉਹਨੇ ਕਿਹਾ ਜਾਣਾ ਤੇ ਜਾਓ, ਨਹੀਂ ਤਾਂ ਫਿਰ ਪੈਦਲ ਲੱਗੇ ਜਾਓ। ਇੰਨੀ ਗੱਲ ਕੀਤੀ, ਅਸੀਂ ਬਹਿ ਗਏ ਸੀ, ਦੇ ਤੇ 15 ਮਾਰਕ ਆਏ ਸਨ। 30 ਯੂਰੋ ਦੇ 60 ਕੈਂਪ ਬਣੇ ਸਨ ਨਾ, ਅਤੇ 15 ਚਾਰਾਂ ਨੇ ਅਸੀਂ ਦਿੱਤੇ, ਅਤੇ ਅਸੀਂ ਬਿਆਸ ਪਹੁੰਚ ਗਏ ਹਾਂ ਅੱਡੇ 'ਤੇ। ਅੱਡੇ ਤੋਂ ਅਸੀਂ ਗਏ ਹਾਂ ਨੀਲੀ ਮਾਰਕੀਟ, ਉਹਦੇ ਨਾਲ ਜੰਗਲ ਬਣੇ ਆ ਸਾਰੇ। ਅਸੀਂ 10 ਜੀ ਸਾਂ ਟੋਟਲ, ਮਤਲਬ 4 ਹੋ ਕੇ ਗਏ ਨੇ ਨਾ, 2 'ਚ ਇੱਕ ਚਲੇ ਗਏ ਸਨ, 4 ਅਸੀਂ ਤਕਰੀਬਨ 3 ਵਾਰੀ 3 ਟੈਕਸੀਆਂ ਆਈਆਂ ਸਨ ਨਾ, ਇੱਕ ਉਂਝ ਲੱਭ ਗਈ ਸੀ, ਇੱਕ ਅਸੀਂ ਫ਼ੋਨ ਕਰਕੇ ਬੁਲਾਈ ਸੀ, ਅਤੇ ਇੱਕ ਫਿਰ ਦੁਬਾਰਾ ਫਿਰ ਚੱਕਰ ਲਾਇਆ ਇੱਕ ਨੇ। ਉਹ ਤਿੰਨੋਂ ਅਸੀਂ ਜੰਗਲ 'ਚ ਗਏ ਹਾਂ, ਜੰਗਲ 'ਚ ਸਾਰੇ ਉੱਥੇ ਬਹਿ ਕੇ ਸਮੂਨ ਲਿਆਂਦਾ ਦਿਹਾੜੀ। ਇਸ ਵਾਰੀ ਕਿੰਨੇ ਬੰਦੇ ਹੋ ਡੰਕੀ ਲਾਉਣ ਦੇ? ਅਸੀਂ 10-11 ਜੀ ਸਾਂ ਟੋਟਲ, ਆਪਣੇ ਯਾਰ ਦੋਸਤ ਆਪਸ 'ਚ ਹੀ ਗਏ ਸਾਂ ਅਸੀਂ। ਇੱਕ ਜੀ ਸੀ ਉਹ ਜਿਹਨੂੰ ਲੋਕੇਸ਼ਨ ਦੀ ਯਾਦ ਸੀ ਨਾ ਸਹੀ ਪਿਓਰ, ਉਹ ਸਾਡੇ ਨਾਲ ਨਵਾਂ ਸੀ, ਬਕਾਇਆ ਸੀ ਯਾਰ ਦੋਸਤ ਹੀ ਸਾਂ ਆਪਸ 'ਚ। ਅਤੇ ਅਸੀਂ ਉੱਥੋਂ ਨਿਕਲੇ ਹਾਂ ਤਕਰੀਬਨ ਸ਼ਾਮੀ 4-5 ਵਜੇ ਨਾਲ, ਅਤੇ ਅਸੀਂ ਐਤਕੀ ਪਹਾੜੀ ਨਾ ਬਾਰਡਰ ਵੀ ਹੋਰ ਕਿਸੇ ਪਾਸੇ ਪਾਰ ਕਰਨਾ ਸੀ। ਜਿਹੜੀ ਸਟੈਬਲ ਪਹਾੜੀ ਚੜ੍ਹੀ ਦੀ ਸੀ ਨਾ, ਪਿਛਲੀ ਦਫਾ ਚੜ੍ਹੀ ਸੀ, ਉਹ ਤੁਹਾਨੂੰ ਦੱਸਿਆ ਸਾਰੀ ਰਾਤ ਦਿਨੇ ਵੀ ਚੜ੍ਹੇ ਸਾਂ। ਐਤਕੀ ਅਸੀਂ ਡਾਇਰੈਕਟ ਜਿਹੜਾ ਨਾ 3 ਕਿਲੋਮੀਟਰ ਹੈ ਪਹਾੜੀ, ਇਵੇਂ ਸਿੱਧੀ। ਉਹ ਅਸੀਂ ਪਹਿਲੇ ਇਵੇਂ ਘੁੰਮ ਫਿਰ ਕੇ ਚੜ੍ਹੇ ਆ ਨਾ, ਐਤਕੀ ਸਿੱਧੇ ਚੜ੍ਹੇ ਆ, ਅਤੇ ਤਕਰੀਬਨ ਦਿਹਾੜੀ ਲੱਗ ਗਈ ਸੀ। ਸ਼ਾਮੀ ਅਸੀਂ 4-5 ਵਜੇ ਟੁਰੇ ਹਾਂ, ਅਤੇ 5-6 ਵਜੇ ਜਾ ਕੇ ਨਾ ਪਹਾੜੀ ਦੇ ਕੋਲ ਸੋ ਗਏ ਹਾਂ ਜੰਗਲ 'ਚ। ਇਵੇਂ ਐ ਛਾਪਰ ਪਲਾਸਟਿਕ ਲੈ ਕੇ ਜਾਈਦਾ ਸੀ, ਪਲਾਸਟਿਕ ਥੱਲੇ ਪਾਇਆ ਕਿਧਰੇ ਵੀ ਜੰਗਲ 'ਚ ਪਾ ਕੇ, ਉਹੀ ਸਾਡਾ ਬਿਸਤਰਾ ਸੀ, ਸਾਰਾ ਕੁਛ ਉਹੀ ਸੀ। ਅਤੇ ਇੱਕ ਚਾਦਰ ਲੈ ਜਾਂਦੇ ਸਾਂ, ਪਹਿਲੇ ਬਰਸਾਤੀਆਂ ਲੈ ਕੇ ਜਾਂਦੇ ਸਾਂ, ਬਰਸਾਤੀਆਂ ਦਾ ਵਜ਼ਨ ਹੀ ਇੰਨਾ ਹੋ ਜਾਂਦਾ ਸੀ, ਇਸ ਕਰਕੇ ਬਰਸਾਤੀਆਂ ਨਹੀਂ ਲੈ ਕੇ ਜਾਂਦੇ। ਬਰਸਾਤੀ ਉਹ ਜਿਹਦੇ ਵਿੱਚ ਪੈ ਕੇ ਸੋ ਜਾਈਦਾ ਸੀ, ਮਤਲਬ ਠੰਡ ਨਹੀਂ ਸੀ ਲੱਗਦੀ ਇੰਨੀ। ਰਾਤ ਨੂੰ ਠੰਡ ਨਹੀਂ ਲੱਗਦੀ? ਤੁਸੀਂ ਕੰਬਲ ਖਾ ਠੰਡ ਮੈਂ ਕਹਿੰਦਾ ਕੀਰ ਕਰ ਗਈ ਸੀ, ਚਾਦਰਾਂ ਲੈ ਕੇ ਜਾਂਦੇ ਸਾਂ, ਮਜਬੂਰੀ ਸੀ ਨਾ ਕਿ 15 ਦਿਨਾਂ ਦਾ ਸਮਾਨ ਵੀ ਚੁੱਕਣਾ, ਅਤੇ ਫਿਰ ਬਰਸਾਤੀ ਦਾ ਵੀ ਵਜ਼ਨ ਹੁੰਦਾ, ਤਾਂ ਕਰਕੇ ਮੈਂ ਤਾਂ ਲੈ ਕੇ ਨਹੀਂ ਸੀ ਜਾਂਦਾ, ਜੀ ਵਿੱਚ ਆਇਆ ਸਨ ਬਰਸਾਤੀਆਂ ਲੈ ਕੇ ਜਾਂਦੇ ਸਨ। ਅਤੇ ਅਸੀਂ ਫਿਰ ਦਿਨੇ ਪਹਾੜੀ ਉਹ ਚੜ੍ਹੀ ਸਹੀ ਹੈ। ਅੱਛਾ। ਤਕਰੀਬਨ ਸ਼ਾਮ ਤੀਕ ਪਹਾੜੀ ਚੜ੍ਹੇ ਹਾਂ, ਬਾਰਡਰ 'ਤੇ ਜਾ ਕੇ ਸੋ ਗਏ ਹਾਂ। ਅਸੀਂ ਸੁਬਾਹ ਤਕਰੀਬਨ 5-6 ਵਜੇ ਨਾਲ ਬਾਰਡਰ ਕਰਾਸ ਕੀਤਾ, ਹੋਰ ਪਾਸਿਓਂ ਕੀਤਾ ਸੀ। ਉੱਥੋਂ ਲਿੰਕ ਰੋਡ ਨਹੀਂ ਸੀ ਆਉਂਦਾ, ਇਵੇਂ ਇੱਕ ਵਾਲਾ ਡਾਇਰੈਕਟ ਆਉਂਦਾ ਸੀ। ਅੱਛਾ। ਅਸੀਂ ਸੁਬਾਹ 6 ਵਜੇ ਪਾਰ ਕੀਤਾ ਨਾ, ਸ਼ਾਮ ਤੱਕ ਅਸੀਂ ਇੱਕ ਵਾਲਾ ਰੋਡ ਕਰਾਸ ਕਰ ਲਿਆ ਸੀ। ਅੱਛਾ। ਫਿਰ ਅਸੀਂ ਇਵੇਂ ਜੰਗਲ 'ਚ ਨਾ, ਮਤਲਬ ਖੁੱਲ੍ਹਾ ਜੰਗਲ ਮੈਦਾਨ, ਅਤੇ ਉੱਥੇ ਜਾ ਕੇ ਅਸੀਂ ਸੋ ਗਏ ਹਾਂ ਰਾਤ। ਦਿਨੇ ਫਿਰ ਸੁਬਾਹ ਤਕਰੀਬਨ ਰਾਤ ਨੂੰ 3 ਵਜੇ ਉੱਠੇ ਹਾਂ, ਫਿਰ ਟੋਰਾ ਸ਼ੁਰੂ ਕੀਤਾ, ਤਕਰੀਬਨ 12-1 ਵਜੇ ਤੱਕ ਟੁਰਦੇ ਗਏ ਅਸੀਂ। 52 ਵਾਲੇ ਦੇ ਨਾਲ ਪਹੁੰਚ ਗਏ, 52 ਵਾਲਾ ਰੋਡ ਆਉਂਦਾ। ਅੱਛਾ ਅੱਛਾ। ਇੱਕ ਵਾਲੇ ਤੋਂ ਅੱਗੇ, ਉਹਦੇ ਤੋਂ ਅੱਗੇ ਫਿਰ ਆਉਂਦਾ ਜਜ਼ੀਰਾ, ਚਸ਼ਮਾ ਆਉਂਦਾ ਜਿੱਥੋਂ ਪਾਣੀ ਭਰੀਦਾ, 2-3 ਦਿਨਾਂ ਬਾਅਦ ਪਾਣੀ ਭਰੀਦਾ। ਰੋਜ਼ ਤੇ ਨਹੀਂ ਨਾ ਚਸ਼ਮਾ ਆਉਂਦਾ, ਉੱਥੇ ਚਸ਼ਮੇ ਬਹੁਤ ਘੱਟ ਆਉਂਦੇ। ਵੀਡੀਓ ਵੇਖੀ ਟਿਕਟੌਕ ਦੇ ਉੱਤੇ, ਉਹੀ ਤਾਂ ਨਹੀਂ ਮੇਰੇ ਖਿਆਲ ਨਾਲ? ਬੜਾ ਸੋਹਣਾ ਜਿਹਾ ਚਸ਼ਮਾ ਹੈ, ਮੁੰਡੇ ਲੰਘ ਰਹੇ ਨੇ ਵਿੱਚ। ਹਾਂਜੀ, ਉਹ ਇੱਕ ਦੂਸਰੇ ਦਾ ਹੱਥ ਫੜ ਕੇ ਨਾ, ਆਹੋ ਆਹੋ ਬਿਲਕੁਲ ਬਿਲਕੁਲ। ਅਤੇ ਇਵੇਂ ਮਤਲਬ ਗੋਡੇ ਪਾਣੀ ਹੁੰਦਾ, ਪਰ ਖਤਰਨਾਕ ਹੈ। ਖਤਰਨਾਕ ਹੈ ਉਹ, ਕਿਧਰੋਂ ਡੂੰਘਾ ਜ਼ਿਆਦਾ ਵੀ, ਵਿੱਚ ਜੀ ਮਰੇ ਵੀ ਸਨ ਉਹਦੇ ਵਿੱਚ ਨਾ। ਹਾਂਜੀ, ਉਹ ਚਸ਼ਮਾ ਬੜਾ ਚੌੜਾ ਵੀ ਹੈ, ਅਤੇ ਕਿਧਰੋਂ ਡੂੰਘਾ, ਰਾਹ ਦਾ ਨਹੀਂ ਪਤਾ ਨਾ। ਪਹਿਲੇ ਇੱਕ ਬੰਦਾ ਸੋਟੀ ਲੈ ਕੇ, ਜਿਹੜਾ ਸਭ ਤੋਂ ਅੱਗੇ ਹੁੰਦਾ ਨਾ, ਉਹ ਅੱਗੇ ਲਾਉਂਦਾ ਕਿ ਇੱਥੇ ਪਾਣੀ ਕਿੰਨਾ, ਜਿੱਥੇ ਪਾਣੀ ਘੱਟ ਹੁੰਦਾ ਨਾ ਉੱਥੇ ਫਿਰ ਉਹ ਟੁਰਦਾ ਜਾਂਦਾ, ਉਹਦੇ ਪਿੱਛੇ ਸਾਰੇ ਇੱਕ ਦੂਸਰੇ ਦਾ ਹੱਥ ਫੜ ਕੇ ਨਾ, ਮਤਲਬ ਕੋਈ ਪੈਰ ਤਿਲਕ ਵੀ ਸਕਦਾ ਨਾ, ਪੱਥਰ ਹੈ ਜ਼ਾਹਰੀ ਗੱਲ ਹੈ। ਬੂਟ ਸ਼ੂਟ ਲਾ ਕੇ, ਬੂਟ ਹੱਥ 'ਚ ਫੜ ਕੇ, ਅਤੇ ਬੈਗ 'ਤੇ ਉਂਝ ਪਿੱਛੇ ਪਾਇਆ ਹੁੰਦਾ ਸੀ। ਅਤੇ ਉਹ ਚਸ਼ਮੇ ਪਾਰ ਕੀਤਾ, ਜਜ਼ੀਰਾ ਪਾਰ ਕੀਤਾ ਰਾਤ ਨੂੰ ਅਸੀਂ, ਦਿਨੇ ਨਹੀਂ, ਰਾਤ ਨੂੰ। ਦਿਨੇ ਸੋ ਗਏ ਸਾਂ ਜੰਗਲ 'ਚ। ਰਾਤ ਨੂੰ ਖਤਰਨਾਕ ਨਹੀਂ ਸੀ ਉਹ? ਤੁਸੀਂ ਦਿਨੇ ਕਰਦੇ ਸਹੀ ਨਹੀਂ, ਉਹ ਜੀ ਦਿਨੇ ਜਾਗਦੇ ਹੁੰਦੇ ਨੇ, ਫਿਰ ਉਹਦੇ ਵਿੱਚੋਂ ਲੰਘਣਾ ਸੀ ਨਾ। ਅੱਛਾ। ਰਾਤ ਨੂੰ ਅਸੀਂ ਪਾਰ ਕੀਤਾ, ਤਕਰੀਬਨ 1-2 ਦਿਨ ਹੋਰ ਗੁਜ਼ਰਿਆ,
ਚੌਥੇ ਪੰਜਵੇਂ ਦਿਨ ਅਸੀਂ 71 ਵਾਲੇ ਤੇ ਪਹੁੰਚ ਗਏ ਸਾਂ। 71 ਵਾਲਾ ਤੇ 23 ਵਾਲਾ ਬਿਲਕੁਲ ਨਾਲ ਨਾਲ। ਰੋਡਾਂ ਦੇ ਨਾਂ ਨੇ ਹੈ ਹਾਂਜੀ ਰੋਡਾਂ ਦੇ ਤੁਸੀਂ ਪੁਆਇੰਟ ਨੇ। ਦੂਰ ਆ ਗਏ ਬੋਸਨੀਆ ਤੋਂ ਤੇ ਤਕਰੀਬਨ ਬੋਸਨੀਆ ਤੋਂ ਕੈਂਪ ਤੋਂ ਲੈ ਕੇ ਨਾ ਤਕਰੀਬਨ 270-80 ਕਿਲੋਮੀਟਰ ਹੈ। ਪੈਦਲ ਤੁਸੀਂ ਆ ਗਏ ਦੇਖੋ? ਨਹੀਂ ਅਸੀਂ ਤੇ ਤਕਰੀਬਨ ਇੰਨਾ ਕੁ ਆ ਗਏ ਸਾਂ ਕਿ 100-120 ਕਿਲੋਮੀਟਰ ਆ ਕਿੰਨੇ ਗਏ ਦਿਨਾਂ 'ਚ? ਅਸੀਂ 4-5 ਦਿਨਾਂ 'ਚ। ਤਾਂ ਫਿਰ ਤਾਂ ਤੁਸੀਂ 20-25 ਕਿਲੋਮੀਟਰ ਟੁਰਦੇ ਹੋ ਡੇਲੀ। ਭਾਜੀ ਮੇਰੀ ਇਹ ਗੱਲ ਸੁਣੋ ਨਾ, ਅਸੀਂ ਸਿੱਧਾ ਪੱਧਰਾ ਨਹੀਂ ਨਾ ਟੁਰਦੇ ਸਾਂ, ਅਸੀਂ ਪਹਾੜੀਆਂ ਇਵੇਂ ਚੜ੍ਹਨੇ ਸਾਂ ਤੇ ਥੱਲੇ ਲੈਣੇ ਸਾਂ, ਇਵੇਂ ਸੀਨ ਸੀ। ਅੱਛਾ ਤੇ ਫਿਰ ਘੱਟ ਹੀ ਹੋਣਾ। ਮੈਂ ਤੁਹਾਨੂੰ ਦੱਸਿਆ ਨਹੀਂ, ਉਹ ਪਹਾੜੀ ਜਿਹੜੀ ਅਸੀਂ ਇੱਕ ਡੇਢ ਰਾਤ 'ਚ ਚੜ੍ਹੀ। ਅੱਛਾ, ਤੇ ਲੱਤਾਂ ਦਾ ਕੀ ਹਾਲ ਹੁੰਦਾ ਹੋਣਾ ਜਦੋਂ ਪਹਾੜੀਆਂ ਬੰਦਾ ਚੜ੍ਹਦਾ? ਗੇਟ ਨਹੀਂ ਪੈ ਜਾਂਦੇ ਲੱਤਾਂ? ਤੇ ਫਿਰ ਤੁਹਾਨੂੰ ਪਤਾ ਹੀ ਹੈ ਕੀ ਸੀਨ ਹੁੰਦਾ, ਤੁਸੀਂ ਵੀ ਇਵੇਂ ਹੀ ਆਏ ਹੋ, ਤੁਹਾਨੂੰ ਪਤਾ ਹੈ। ਬੁਰਾ ਹਾਲ ਹੋ ਜਾਂਦਾ ਨਾ ਲੱਤਾਂ ਦਾ। ਮੈਂ ਕਹਿੰਦਾ ਕਿ ਬੂਟ ਪਾਏ ਹੁੰਦੇ ਨੇ ਨਾ, ਬੂਟਾਂ 'ਚ ਵੀ ਇਹੋ ਜਿਹੇ ਪੱਥਰ ਵੱਜਦੇ ਨੇ ਕਿ ਪੈਰ ਇਵੇਂ ਹੋ ਜਾਂਦੇ ਨੇ ਕਿ ਗਲ ਜਾਂਦੇ ਨੇ। ਤੇ ਉਹ 23 ਵਾਲਾ ਤੇ 1 ਵਾਲਾ ਅਸੀਂ ਸੁਬਹ ਪਾਰ ਕੀਤਾ ਤੇ ਅੱਗੇ ਇਤਨੀ ਉੱਚੀ ਪਹਾੜੀਆਂ ਆਈਆਂ ਨਾ, ਇੱਕ ਪਹਾੜੀ ਚੜ੍ਹ ਕੇ ਥੱਲੇ ਲੱਥੀਆਂ, ਫਿਰ ਅਗਲੀ ਫਿਰ ਪਹਾੜੀ ਆ ਗਈ, ਉਹ ਚੜ੍ਹ ਕੇ ਥੱਲੇ ਲੱਥੀਆਂ। 5-6 ਪਹਾੜੀਆਂ ਇਵੇਂ ਹੀ ਆਈਆਂ। 2 ਦਿਨ ਲੱਗ ਗਏ ਉੱਥੇ ਪਹਾੜੀਆਂ 'ਚ ਉੱਤੇ ਥੱਲੇ ਹੁੰਦਿਆਂ। ਤੇ ਉਹਦੇ ਤੋਂ ਅੱਗੇ ਅਸੀਂ ਗਏ ਹਾਂ ਤਕਰੀਬਨ 65 ਵਾਲਾ ਆਉਂਦਾ। ਤਕਰੀਬਨ ਅਸੀਂ 4 ਦਿਨ 71 ਵਾਲੇ ਤੋਂ ਅੱਗੇ 4 ਦਿਨ ਲੱਗ ਗਏ ਸਨ ਉੱਥੇ 65 ਵਾਲੇ ਤੱਕ ਜਾਂਦੇ ਆ। 65 ਵਾਲਾ ਵੀ ਰੋਡ ਹੈ। 65 ਵਾਲਾ ਅਸੀਂ ਕ੍ਰਾਸ ਕੀਤਾ। 65 ਵਾਲਾ ਅਸੀਂ ਪੁਲੀ ਤੋਂ ਇਵੇਂ ਬਾਈ ਰੋਡ ਤੋਂ ਨਹੀਂ, ਪੁਲੀ ਤੋਂ ਤੇ ਪਿਆ ਬਣਿਆ ਸੀ ਕੱਚਾ, ਉੱਤੋਂ ਪਾਰ ਕੀਤਾ ਨਾ। ਥੱਲੋਂ ਇਤਨਾ ਰੋਡ ਜ਼ਿਆਦਾ ਚੱਲਦਾ, ਬਹੁਤ ਜ਼ਿਆਦਾ ਚੱਲਦਾ। ਅੱਛਾ, ਉਹ ਅਸੀਂ ਰੋਡ ਕ੍ਰਾਸ ਕੀਤਾ, ਅੱਗੇ ਕਾਲਾ ਆ ਗਿਆ। ਰੋਡ ਕਾਫੀ ਆਉਂਦੇ ਨੇ, ਰੋਡ ਕ੍ਰਾਸ ਕਰਨੇ ਬੜੇ ਔਖੇ ਹੋ ਜਾਂਦੇ ਨੇ। ਅਸੀਂ ਨਾਂ ਰੱਖੇ ਨੇ ਪਾਕਿਸਤਾਨੀਆਂ ਨੇ 71 65। ਉਹ ਇਹ ਰੋਡਾਂ ਦੇ ਨਾਂ ਹੈ ਨੇ ਮੇਨ, ਜਿਹੜੇ ਮੈਪ ਦੇ ਤੇ ਸ਼ੋ ਹੁੰਦੇ ਹੋਣੇ ਨਾ ਇਸ ਤਰ੍ਹਾਂ ਹੀ, ਮੈਪ ਤੇ ਸ਼ੋ ਹੁੰਦੇ ਉਸ ਨੇ ਯਾਦ ਰੱਖੇ ਨੇ। ਹਾਂਜੀ ਸਹੀ ਹੈ। ਇਵੇਂ ਤੇ ਨਹੀਂ ਆ ਸਕਦੇ, ਇਤਨੇ ਗੂੜੇ ਜੰਗਲ ਨੇ। ਤੇ ਇੱਕ ਬੰਦਾ ਤਕਰੀਬਨ 5 ਫੁੱਟ 5 ਜਿਹੜਾ ਤਕਰੀਬਨ ਥੋੜੀ ਦੂਰ ਚਲਾ ਗਿਆ ਨਾ, ਅਗਲਾ ਬੰਦਾ ਪਿਛਲਾ ਪਿੱਛੇ ਰਹਿ ਗਿਆ, ਉਹਨੂੰ ਪਿਛਲੇ ਨੂੰ ਅੱਗੇ ਵਾਲਾ ਬੰਦਾ ਨਜ਼ਰ ਨਹੀਂ ਆਣਾ, ਪਿਛਲੇ ਨੂੰ ਪਿੱਛੇ ਵਾਲਾ ਬੰਦਾ ਨਜ਼ਰ ਨਹੀਂ ਆਉਂਦਾ। ਇਤਨੀ ਖਾਈਆਂ ਹੁੰਦੀਆਂ ਨੇ, ਹਨੇਰੇ ਪੇ ਟੁਰਨੇ ਅਸੀਂ। ਬਾਕੀ ਇੱਕ ਦੂਸਰੇ ਦਾ ਹੱਥ ਫੜ ਕੇ, ਕਿਸੇ ਦੇ ਬੈਗ ਤੇ ਬੈਗ ਹੱਥ ਰੱਖ ਕੇ ਫਿਰ ਟੁਰੀਦਾ ਸੀ ਉਸ ਟਾਈਮ। 65 ਵਾਲਾ ਕ੍ਰਾਸ ਕੀਤਾ। ਇਹ ਫਿਰ ਨਾਲ ਹੀ ਬਿਲਕੁਲ ਤਕਰੀਬਨ ਅੱਧੇ ਘੰਟੇ ਦਾ ਰਾਹ ਸੀ। ਫਿਰ 1 ਵਾਲਾ ਆ ਗਿਆ। 1 ਵਾਲਾ ਕ੍ਰਾਸ ਕੀਤਾ, ਪਟਰੀਆਂ ਆ ਗਈਆਂ, ਪਟਰੀਆਂ ਕ੍ਰਾਸ ਕੀਤੀਆਂ ਨੇ। ਫਿਰ 730 ਵਾਲਾ ਆ ਗਿਆ। ਇਵੇਂ ਨਾ ਬਿਲਕੁਲ ਨਾਲ ਰੋਡ ਆਏ ਨੇ। ਰੋਡਾਂ ਤੋਂ ਫਿਰ ਆਪਣਾ ਸਾਨੂੰ ਹੋ ਗਏ ਸਨ ਉਸ ਟਾਈਮ 8 ਦਿਨ ਹੋ ਗਏ ਸਨ ਪੈਦਲ ਹੀ ਟੁਰਦਿਆਂ, ਇਵੇਂ ਜੰਗਲਾਂ 'ਚ ਰਹਿੰਦਿਆਂ। ਤੇ ਅੱਗੇ ਜੂੰ ਅੱਗੇ ਜਾਂਦੇ ਰਹੇ ਆ ਨਾ ਅਸੀਂ। ਤਕਰੀਬਨ 11ਵਾਂ ਦਿਹਾੜਾ ਸੀ ਜਿਸ ਟਾਈਮ ਅਸੀਂ 730 ਵਾਲਾ ਵੀ ਸਾਰੇ ਪਾਰ ਕਰ ਲਏ ਸਨ। 7-8 ਰੋਡ ਤੇ ਰੋਡ ਤੋਂ ਇੱਕ 30 ਵਾਲਾ ਵੀ ਰੋਡ ਸੀ, ਨੀਰਾ 30 ਲਿਖਿਆ ਉੱਤੇ, ਲਿਖਿਆ ਹੁੰਦਾ ਰੋਡ ਦੇ ਉੱਤੇ। ਉਹ ਅਸੀਂ ਪਾਰ ਕਰਨਾ ਸੀ, ਲੇਕਿਨ ਅਸੀਂ ਨਹੀਂ ਸੀ ਕੀਤਾ। ਅਸੀਂ ਇਵੇਂ ਨਾ ਖਾਈ 'ਚ ਜਾ ਕੇ ਸੋ ਗਏ, ਬੜੇ ਥੱਕ ਗਏ ਸਾਂ। ਦਿਨੇ ਵੀ ਟੁਰਦੇ ਰਹੇ ਹਾਂ, ਰਾਤ ਨੂੰ ਵੀ ਟੁਰਦੇ ਰਹੇ ਹਾਂ, ਸਾਰਾ ਦਿਹਾੜੀ ਸਾਰੀ ਰਾਤ ਟੁਰਦੇ ਰਹੇ ਹਾਂ। ਸੁਬਾਹ ਜਾ ਕੇ ਅਸੀਂ ਕਿਆ ਸੋਨੇ ਆ, ਜਾ ਕੇ ਪਏ ਹਾਂ। ਉੱਤੋਂ ਆਰਮੀ ਪੈ ਗਈ ਤਕਰੀਬਨ। ਕਈ ਸੋ ਗਏ ਨੇ ਵਿੱਚ, ਕਈ ਨਹੀਂ ਸੁੱਤੇ। 8 ਦਿਨਾਂ ਬਾਅਦ ਆਰਮੀ ਪੈ ਗਈ? ਨਹੀਂ, 11 ਦਿਨਾਂ ਬਾਅਦ। 11 ਦਿਨਾਂ ਬਾਅਦ ਆਰਮੀ ਪੈ ਗਈ। ਦੂਰ ਰਹਿ ਗਿਆ? ਇਟਲੀ ਰਹਿ ਹੀ ਗਿਆ ਸੀ ਤਕਰੀਬਨ 2-3 ਦਿਨਾਂ ਦਾ ਰਾਹ। ਤੇ ਸਮਾਨ ਵੀ ਆਇਆ ਸੀ ਖਾਣ ਪੀਣ ਦਾ ਉਸ ਟਾਈਮ, ਕਾਫੀ ਲੈ ਕੇ ਆਏ ਸਾਂ। ਤੇ ਮਤਲਬ ਉੱਥੇ ਆਰਮੀ ਪੈ ਗਈ। ਆਰਮੀ ਵਾਲੇ ਵਡੇਰੇ ਸਨ, ਆਲੇ ਦੁਆਲੇ ਉਹਨਾਂ ਨੇ ਘੇਰਾ ਪਾ ਲਿਆ। ਐਡੇ ਖਾਸ ਨਹੀਂ ਸੀ ਆਰਮੀ ਜਿਵੇਂ ਸਾਡੀ ਪਾਕਿਸਤਾਨ ਦੀ ਸਟਰੋਂਗ ਹੈ ਨਾ, ਉਹ ਉਹਨਾਂ ਦੀ ਨਹੀਂ ਹੈ। ਇੱਕ ਤੇ ਆਰਮੀ ਵਾਲਾ ਵਡੇਰਾ ਜਿਹਾ ਸੀ ਬਾਬਾ, ਉਹ ਸਾਨੂੰ ਤੜੀਆਂ ਲਾਈ ਪਿਆ ਨਾ। ਨਾਈਸ ਬੜੇ ਸਨ। ਇਹ ਕਹਿੰਦਾ ਨੱਸਣਾ ਨਹੀਂ ਹੈ, ਵੀ ਗੰਨਾ ਕੱਸ ਲਈਆਂ। ਮੈਂ ਕਿਹਾ ਸ਼ਾਨ ਵਾਲਾ ਸੀਨ ਹੋ ਗਿਆ, ਫਿਲਮੀ ਸੀਨ ਹੋ ਗਿਆ ਸਾਡੇ ਨਾਲ। ਤੇ ਸਿੱਧੀਆਂ ਗੰਨਾ? ਹਾਂ, ਗੰਨਾ ਸਾਡੇ ਅੱਗੇ ਇਵੇਂ ਸਿੱਧੀਆਂ ਕੀਤੀਆਂ ਨੇ, ਤੇ ਨਾਲ ਲਾਈਨ 'ਚ 3 ਇੱਧਰ ਫੌਜੀ, 3 ਇੱਧਰ, ਇੱਕ ਪਿੱਛੇ ਇੱਕ ਅੱਗੇ। 10-11 ਜੀਸਾਂ ਸੀ। ਲੈ ਕੇ ਉਹਨਾਂ ਉੱਥੋਂ ਉਠਾਇਆ। ਪਤਾ ਕਿੰਜ ਲੱਗਦਾ ਤੁਸੀਂ ਪਤਾ ਨਹੀਂ ਕਿਤੇ ਦੂਰਬੀਨ 'ਚ ਅਸੀਂ ਆ ਗਏ ਕਿਧਰੇ। ਉਹ ਤਕਰੀਬਨ 2-3 ਘੰਟੇ ਲਾ ਕੇ ਉਹਨਾਂ ਨੇ ਜੰਗਲ 'ਚੋਂ ਰੋਡ 'ਤੇ ਲਿਆਂਦਾ ਸਾਨੂੰ। ਉਹਨਾਂ ਨੂੰ ਤੇ ਰਾਹਾਂ ਦਾ ਪਤਾ ਸੀ। ਉਹ ਰੋਡ 'ਤੇ ਲੈ ਕੇ ਆਏ ਨੇ, ਤੇ ਰੋਡ 'ਤੇ ਆਪਣਾ
ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ। ਸਾਡੇ ਕੋਲ ਉਹਨਾਂ ਕਿਹਾ ਜੋ ਜੋ ਖਾਣਾ ਪੀਣਾ ਹੈ ਨਾ ਤੁਸੀਂ ਖਾ ਪੀ ਲਓ, ਅਸੀਂ ਤੁਹਾਨੂੰ ਕੋਈ ਨਹੀਂ ਡੱਕਦੇ ਆ। ਅੱਛਾ। ਅਸੀਂ ਫਿਰ ਗੇੜਾ ਦਿੱਤਾ। ਮੈਂ ਕਿਹਾ ਹੁਣ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਰੋਟੀ ਲੱਭਣੀ ਹੈ ਇਹੋ ਜਿਹੀ। ਅਸੀਂ ਤਾਂ ਬਚਾ ਕੇ ਸਮਾਨ ਲੈ ਕੇ ਜਾ ਰਹੇ ਸਾਂ, ਇਵੇਂ ਕਿ 2 ਪੀਸ ਬ੍ਰੈਡ ਦੇ ਖਾ ਲਏ, ਚਲੋ ਕੱਲ ਦਾ ਵੀ ਟਾਈਮ ਗੁਜ਼ਰ ਜੇ। ਫਿਰ ਖੂਬਸ ਰਹਿ ਗਏ ਸਨ ਸਾਡੇ ਕੋਲ 3 ਪੈਕਟ ਬਕਾਇਆ ਸੋਮਿਆਰ ਸ਼ਾਮ ਮੁੱਕ ਗਈ ਸੀ। ਇੱਕ ਬਿਸਕੁਟਾਂ ਦਾ ਪੈਕਟ ਸੀ ਤੇ ਬਿਸਕੁਟ ਵੀ ਖਾਧਾ ਨਹੀਂ ਗਿਆ। ਫੜੇ ਗਏ, ਟੈਨਸ਼ਨ ਹੀ ਇੰਨੀ ਹੋ ਗਈ ਸੀ ਕਿ ਕੋਈ ਸ਼ੈ ਖਾਣ ਨੂੰ ਦਿਲ ਹੀ ਨਾ ਕਰੇ। 2 ਦਿਨਾਂ ਦਾ ਰਾਹ ਰਹਿ ਗਿਆ। ਉੱਥੋਂ ਫਿਰ ਅਸੀਂ ਨਿਕਲੇ ਆ ਤਕਰੀਬਨ, ਉਹ ਕੁੰਭੀ ਆਈ ਏ, ਕੁੰਭੀ ਵਾਲਿਆਂ ਨੇ ਪਾਇਆ ਸਾਨੂੰ, ਉਹ ਥਾਣੇ ਲੈ ਗਏ ਨੇ। ਥਾਣਾ ਇਹੋ ਜਿਹਾ ਸੀ ਮਤਲਬ ਬੰਦ, ਨਿੱਕਾ ਜਿਹਾ ਕਮਰਾ ਸੀ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਡੱਕਤਾ। 12-13 ਬੰਦਿਆਂ। ਹਾਂਜੀ, ਚਾਰੋਂ ਪਾਸੇ ਕੋਈ ਹਵਾ ਵਾਲਾ ਸਿਸਟਮ ਨਹੀਂ ਸੀ ਹੈ, ਚਾਰੋਂ ਪਾਸੇ ਬੰਦ ਸੀ। ਸ਼ਟਰਿੰਗ ਲੱਗੀ ਸੀ ਲੋਹੇ ਦੀ ਅੱਗੇ, ਇਵੇਂ ਜਿਵੇਂ ਢਾਰਾ ਨਹੀਂ ਬਣਿਆ ਹੁੰਦਾ ਡੰਗਰਾਂ ਦਾ, ਉਵੇਂ ਸੀਨ ਸੀ। ਲੇਕਿਨ ਉਹ ਜਿਹੜਾ ਚਾਰੋਂ ਪਾਸੇ ਬੰਦ ਸੀ, ਇੱਕ ਸੁਰਾਖ, ਛੋਟਾ ਜਿਹਾ ਸੁਰਾਖ ਸੀ ਕਮਰੇ 'ਚ, ਜਿਹਦੇ ਵਿੱਚੋਂ ਹਵਾ ਸ਼ਵਾ ਆ ਪਈ ਜਾਵੇ। ਵਿੱਚ ਹੀ ਵਾਸ਼ਰੂਮ ਸੀ, ਵਿੱਚ ਹੀ ਸਾਰਾ ਨਿਜ਼ਾਮ ਸੀ, ਟੂਟੀ ਲੱਗੀ ਸੀ, ਮਤਲਬ ਪਾਣੀ ਪੀਣਾ ਉਹੀ ਟੂਟੀ ਵਾਲਾ ਸਿਸਟਮ ਹੈ। ਅਤੇ ਉਹਦੇ ਵਿੱਚੋਂ ਕਮਰੇ 'ਚੋਂ ਇਤਨੀ ਬੜੀ ਸਮੈਲ ਆਉਂਦੀ ਸੀ, ਬਹੁਤ ਜ਼ਿਆਦਾ। ਬਹਿਣ ਨਹੀਂ ਸੀ ਹੁੰਦਾ। ਅਸੀਂ ਰਾਤ ਉੱਥੇ ਕੱਢੀਏ, ਰਾਤ ਕੱਢੀਏ ਅਤੇ ਸੁਬਾਹ ਹੋਈਏ ਅਤੇ ਸੁਬਾਹ ਅਸੀਂ ਦਰਵਾਜ਼ੇ ਪਿੱਟਣੇ ਸ਼ੁਰੂ ਕਰਤੇ। ਕੱਢੋ ਬਾਹਰ ਸਾਨੂੰ। ਨਹੀਂ, ਅਸੀਂ ਕਿਹਾ ਰੋਟੀ ਤਾਂ ਦਿਓ। ਅੱਛਾ। ਅਸੀਂ ਰਾਤ ਦੇ ਆਏ ਹਾਂ, ਕੋਈ ਸ਼ੈ ਨਹੀਂ ਕਿ ਤੁਸੀਂ ਸਾਡਾ ਜਿਹੜਾ ਸਮਾਨ ਸੀ ਬੈਗਾਂ 'ਚ ਉਹ ਵੀ ਬਾਹਰ ਸਟਾ ਤਾ। ਅਤੇ ਉਹ ਕਹਿੰਦੇ ਮਤਲਬ ਅਸੀਂ ਨਹੀਂ ਖੋਲ੍ਹ ਸਕਦੇ, ਸਾਡਾ ਅਫਸਰ ਆਏਗਾ ਨਾ ਉਹ ਤੁਹਾਨੂੰ ਖੋਲ੍ਹੇਗਾ। ਸਹੀ ਹੈ। ਥਾਣੇ 'ਚ ਉਹਨਾਂ ਬਾਹਰ ਕੱਢਿਆ, ਸਾਡੇ ਸਾਈਨ ਲਏ ਨੇ, ਸਹੀ ਹੈ, ਨਾ ਆਪਣੇ ਨਾ ਪਤਾ ਲਿਖਾਇਆ ਸੀ ਅਤੇ ਨਾ ਪਤਾ ਸਹੀ ਲਹਾਂਦੇ ਤਾਂ ਪੁੱਠੇ ਲਹਾਂਦੇ ਨੇ ਨਾ। ਨਹੀਂ, ਮੈਂ 4-5 ਵਾਰੀ ਫੜਿਆ ਗਿਆ ਨਾ। ਮੈਂ ਇੱਕ ਵਾਰੀ ਵੈਸ ਲਿਖਾਤਾ, ਇੱਕ ਵਾਰੀ ਬਰਾਰ ਲਿਖਾਤਾ, ਇੱਕ ਵਾਰੀ ਕੋਈ ਨਾਂ ਲਿਖਾਤਾ। ਮਤਲਬ 4-5 ਦਫਾ ਫੜਿਆ ਗਿਆ, 4-5 ਦਫਾ ਮੈਂ ਹੋਰ ਨਾਂ ਲਿਖਾਏ ਨੇ। ਸਹੀ ਹੈ। ਅਤੇ ਫਿੰਗਰ ਕੋਈ ਨਹੀਂ ਹੋਏ ਸਾਡੇ, ਨਾਂ ਹੀ ਲਿਖੇ ਨੇ ਉਹਨਾਂ ਨੇ। ਫਿੰਗਰ ਵੀ ਲੈਂਦੇ ਨੇ ਕਦੀ ਕਦੀ ਨਾ, ਜਦੋਂ ਉਹਨਾਂ ਦਾ ਜ਼ਿਹਨ ਕਰੇ। ਨਾਂ ਲਿਖਵਾ ਕੇ ਨਾ ਇੱਕ ਵਰਕਾ ਐਡਾ ਬਣਾ ਕੇ ਕੰਪਿਊਟਰ 'ਚੋਂ ਕੱਢ ਕੇ ਫਿਰ ਇਹ ਸਾਨੂੰ ਇੱਥੇ ਰੱਖ ਕੇ ਅਤੇ ਤਸਵੀਰਾਂ ਲੈਂਦੇ ਨੇ ਉਹ ਇਕੱਲੇ ਇਕੱਲੇ ਦੀ। ਤਸਵੀਰਾਂ ਲੈਂਦੇ ਨੇ। ਹਾਂਜੀ। ਅਤੇ ਉਹ ਤਸਵੀਰਾਂ ਲੈ ਕੇ ਨਾ ਫਿਰ ਸਾਰੇ ਇਕੱਠਿਆਂ ਦੀ ਵੀ ਇੱਕ ਤਸਵੀਰ ਲੈਂਦੇ ਨੇ। ਤਸਵੀਰ ਲੈ ਕੇ ਫਿਰ ਉਹਨਾਂ ਦੇ ਨਾਂ ਬੋਲੇ ਜਾਂਦੇ ਨੇ, ਜਿਹੜੇ ਅੱਧੇ ਇਸ ਪਾਸੇ ਰਿਪੋਰਟ ਕਰਨੇ ਹੁੰਦੇ ਨੇ। ਅਸੀਂ 11 ਸਨ, 6 ਜਣਿਆਂ ਨੂੰ ਇੱਕ ਪਾਸੇ ਲੈ ਗਏ ਸਨ, 5 ਜਣਿਆਂ ਨੂੰ ਇੱਕ ਪਾਸੇ ਲੈ ਗਏ ਸਨ। 5 ਵਾਲੇ ਵੀ ਸਹੀ ਜਲੀਲ ਹੋਏ ਜਦੋਂ ਰਿਪੋਰਟ ਕੀਤਾ ਉਹਨਾਂ ਨੇ, 6 ਵਾਲੇ ਵੀ। ਅਤੇ 5 ਵਾਲੇ ਉੱਧਰ ਹੋਏ, ਅਸੀਂ ਇੱਕ ਜਗ੍ਹਾ ਹੀ ਰਿਪੋਰਟ ਆ, ਮਤਲਬ ਅੱਡ ਅੱਡ ਹੋਏ, ਲੇਕਿਨ ਇਲਾਕਾ ਇੱਕੋ ਹੀ ਸੀ। ਅੱਛਾ। ਵਾਹਵਾ ਸਾਨੂੰ ਬੜੀ ਦੂਰ ਰਿਪੋਰਟ ਉਹਨਾਂ ਕੀਤਾ ਅਤੇ ਉਦੋਂ ਉਹਨਾਂ ਨੇ ਬੜੀ ਬੁਰੀ ਕੀਤੀ। ਉਸ ਟਾਈਮ ਹਰ ਸ਼ੈ ਜਿਹੜੀ ਨਾ, ਕੱਪੜੇ ਸਰਦੀ ਵੀ ਚੰਗੀ ਸੀ, ਬੂਟ ਵੀ ਲਵਾ ਲਏ ਅਤੇ ਲਵਾ ਕੇ ਨਾ ਉਹਨਾਂ ਨੇ ਮਤਲਬ ਹਰ ਸ਼ੈ ਅੱਗ 'ਚ ਸਟਾਤੀ ਸਾਡੇ ਕੋਲੋਂ। ਸਿਰਫ ਇੱਕ ਟੀ-ਸ਼ਰਟ ਬਚੀ ਸੀ ਅਤੇ ਠੰਡ। ਹਾਂਜੀ, ਆਪਣੇ ਹੱਥੀਂ ਸਟਾਉਂਦੇ ਨੇ ਕਿ ਆਪ ਆਪਣਾ ਬੈਗ ਲਿਆਓ ਅਤੇ ਦਾਨ ਕਰ ਦਿਓ। ਹਾਂਜੀ, ਦਾਨ ਕਰ ਦਿਓ। ਅਤੇ ਨਾਲਾ ਸੀ, ਨਾਲਾ ਚੰਗਾ ਚੌੜਾ ਸੀ, ਗੰਦਾ ਸੀ ਪਾਣੀ, ਉਹ ਖੋਬਾ ਵੀ ਸੀ ਚੰਗਾ। ਅਸੀਂ ਉਹਦੇ ਵਿੱਚ, ਉਹਨੇ ਕਿਹਾ ਇਵੇਂ ਇਹਦੇ ਵਿੱਚੋਂ ਲੰਘ ਕੇ ਤੁਸੀਂ ਜਾਣਾ, ਲਾਈਨ ਬਣਾਓ। ਸਾਰੇ ਜਦੋਂ ਫ੍ਰੀ ਹੋ ਗਏ ਨਾ, ਉਹਦੇ ਵਿੱਚ ਉਹਨਾਂ ਵਾੜਿਆ ਲਾਈਨ 'ਚ। ਇੱਕ ਜੀ ਨਾ ਉੱਤੋਂ ਦੀ ਹੋ ਕੇ ਪਰਾਂ ਪਾਰ ਹੋ ਗਿਆ, ਉਹਨੂੰ ਫਿਰ ਇੱਕ ਪੁਲਿਸ ਵਾਲਾ ਖਿੱਚ ਕੇ ਲਿਆਇਆ। ਉਹਨੇ ਆਪਣਾ ਉਹ ਨਾਲੇ 'ਚੋਂ ਪਾਰ ਕੀਤਾ। ਇਹ ਮੈਨੂੰ ਤਾਂ ਇੱਕ ਚਪੇੜ ਪਈ, ਉਹ ਮਾਈ ਨੇ ਮਾਰੀ ਸੀ। ਤੁਹਾਨੂੰ ਮੈਂ ਪਹਿਲੇ ਉਸ ਦਿਨ ਦੱਸਿਆ ਸੀ ਨਾ, ਉਹ ਜਿਹੜੀ ਪੁਲਿਸ ਵਾਲੀ ਉਹ ਮਾਈ ਹੋਈ ਸੀ। ਉਹ ਜੇ ਉਹਨੇ ਵਾਲ ਕਟਾਏ ਸਨ, ਬੱਚੀ ਬਣੀ ਸੀ, ਲੇਕਿਨ ਹੈ ਮਾਈ ਸੀ, ਅਸੀਂ ਮਾਈ ਹੋਈ ਸਮਝਦੇ ਹਾਂ। ਅਤੇ ਮੈਂ ਉਹਨੂੰ ਕਿਹਾ ਇੱਕ ਮੁੰਡੇ ਨੂੰ, ਮੈਂ ਕਿਹਾ ਯਾਰ ਪਾਣੀ ਫੜ ਲਿਆ, ਅਸੀਂ ਨੇੜੇ ਹਾਲੇ ਤੇ ਜਿੱਥੇ ਸਾਨੂੰ ਰਿਪੋਰਟ ਕਰਨ ਲੱਗੇ ਨਾ 8-10 ਕਿਲੋਮੀਟਰ 'ਤੇ ਕੋਈ ਸ਼ੈ ਨਹੀਂ ਹੈ, ਆਬਾਦੀ ਨਹੀਂ ਹੈ, ਸਿਰਫ ਜੰਗਲ ਹੀ ਜੰਗਲ ਹੈ। ਅੱਛਾ, ਇੰਨਾ ਤੇਰਾ ਐਕਸਪੀਰੀਅੰਸ ਹੋ ਗਿਆ ਦਾ ਸੀ ਉੱਥੇ, ਤੈਨੂੰ ਪਤਾ ਲੱਗ ਜਾਂਦਾ ਕਿੱਥੇ ਰਿਪੋਰਟ ਕਰਨ ਲੱਗੇ? ਨਹੀਂ, ਅਸੀਂ ਆਦੀ ਵੀ ਬੜੇ ਹੋ ਗਏ ਸਾਂ ਉੱਥੇ, ਮਤਲਬ ਵਲੀਕਾਲ ਰਿਪੋਰਟ ਕਰਨ ਲੱਗੇ ਨੇ, ਉੱਧਰ ਮਸਜਿਦ ਵਾਲੇ ਪਿੰਡ, ਸਟੱਲਾ ਕੱਲ। ਅੱਛਾ। ਅਤੇ ਵਲੀਕਾਲ ਸਾਨੂੰ ਰਿਪੋਰਟ ਕੀਤਾ ਸੀ, ਸਟੱਲਾ ਕੱਲ ਨਾ ਵਿਚਕਾਰ ਦੂਰ ਬੜੀ। ਅਤੇ ਉਹਨੂੰ ਕਿਹਾ ਪਾਣੀ ਲੈ ਆ, ਪਾਣੀ ਦੀ ਬੜੀ ਪਿਆਸ ਲੱਗਣੀ ਹੈ। ਅਤੇ ਤੁਹਾਨੂੰ ਪਤਾ ਜਦੋਂ ਦੌੜ ਲੱਗਦੀ ਹੈ ਨਾ, ਫਿਰ ਪਾਣੀ ਦੀ ਪਿਆਸ ਆਟੋਮੈਟਿਕ ਲੱਗ ਜਾਂਦੀ ਹੈ। ਉਹਨੇ ਸਾਨੂੰ ਪਾਰ ਕਰਾਇਆ ਨਾਲਾ। ਸਹੀ ਹੈ, ਨਾਲਾ ਅਸੀਂ ਪਾਰ ਕਰਕੇ ਪਰਾਂ ਗਏ ਹਾਂ।
ਜਾ ਕੇ ਉਹਨਾਂ ਕਿਹਾ ਇੱਕ ਦੂਸਰੇ ਦੇ ਇਵੇਂ ਹੱਥ ਰੱਖੋ, ਮੋਢਿਆਂ ਤੇ ਹੱਥ ਰੱਖੋ ਤੇ ਲਾਈਨ ਬਣਾ ਲਓ। ਅਸੀਂ 6 ਜਣੇ ਸਾਂ, ਲਾਈਨ ਬਣਾਈ, 5 ਨੇ ਉਧਰ ਸਨ। ਜਾ ਕੇ ਅਸੀਂ ਇੱਕ ਝਾੜੀਆਂ 'ਚ ਇਵੇਂ ਵੜੇ ਆ ਨਾ, ਜਾਂਦਿਆਂ ਇੱਕ ਡੰਡਾ ਕੱਸ ਕੇ ਬੈਠਾ ਜੀ ਪੁਲਿਸ ਵਾਲਾ ਛੁਪਿਆ ਸੀ, ਉਹਨੇ ਇਵੇਂ ਮਾਰਿਆ, ਅਗਲਾ ਤੇ ਥੱਲੇ ਹੋ ਗਿਆ, ਇੱਕ ਦੇ ਦਿਮਾਗ 'ਚ ਤੇ ਮੱਥੇ ਤੇ ਆ ਗਿਆ ਛੋਟਾ ਬੱਚਾ, ਉਹਦਾ ਸਿਰ ਪਾਟ ਗਿਆ। ਉਹ ਫਿਰ ਦੂਸਰਾ ਫਿਰ ਉਹਨੂੰ ਹੀ ਮਾਰਨ ਲੱਗਾ, ਉਹ ਬਹਿ ਗਿਆ ਸੀ ਨਾ, ਡਿੱਗ ਪਿਆ ਸੀ ਨਾ, ਫਿਰ ਮਾਰਨ ਲੱਗਾ। ਉਹ ਫਿਰ ਡੇਗਦਾ ਡੇਗਦਾ ਗਰੀਬ ਨੱਸ ਗਿਆ, ਫਿਰ ਉਹ ਪਿਛਲੇ ਦੇ ਇੱਥੇ ਵੱਜਿਆ ਸੀਨੇ ਤੇ। ਡੰਡੇ ਕਿਹੜੇ ਹਨ? ਉਹ ਬਾਂਸ ਦੇ ਲੱਕੜੀ ਦੇ ਸਨ, ਚੰਗੇ ਮੋਟੇ ਤੇ ਡਾਢੇ ਪੀਡੇ ਡੰਡੇ ਸਨ। ਉਹ ਵੱਜ ਜੇ ਉਹ ਜੀ ਜਗ੍ਹਾ ਤੇ ਬੰਦਾ ਤੇ ਗਿਆ ਸਾਡੇ ਵਰਗੇ, ਮੈਂ ਕਹਿੰਦਾ ਜਿਹੋ ਜੀ ਸਾਡੀ ਸਿਹਤ ਹੈ ਨਾ, ਇੱਕ ਹੋਰ ਮੇਰੇ ਪਿੰਡ ਦਾ ਸੀ, ਉਹ ਤੇ ਮੈਂ ਪਿੱਛੇ ਸਾਂ ਸਾਰਿਆਂ ਤੋਂ। ਜਿਵੇਂ ਉਹਨੇ ਪਹਿਲਾ ਡੰਡਾ ਮਾਰਿਆ ਨਾ, ਇਵੇਂ ਜਨਤਾ ਫੈਲ ਗਈ ਹੈ, 5-6 ਜਣੇ ਇਵੇਂ, ਕੋਈ ਐ ਨੂੰ ਜਾ ਰਿਹਾ, ਕੋਈ ਐ ਨੂੰ, ਕੋਈ ਅੱਗੇ ਨੂੰ, ਕੋਈ ਪਿੱਛੇ ਨੂੰ। ਫਿਰ ਅਸੀਂ ਹੋਰ ਸੀਨ ਵੇਖੋ, ਅੱਗੇ ਜਿਵੇਂ ਜੰਗਲ 'ਚ ਵੜਦੇ ਗਏ ਆ ਨਾ, ਕੋਈ ਇੱਧਰ ਝਾੜੀਆਂ 'ਚ ਲੁਕਿਆ ਪੁਲਿਸ ਵਾਲਾ, ਕੋਈ ਇੱਧਰ, ਇਵੇਂ ਡੰਡੇ ਲਿਆ ਰਹੇ ਨੇ ਤੇ ਧੜੱਲ ਜਿੱਥੇ ਵੱਜ ਰਿਹਾ ਕੋਈ ਪਤਾ ਨਹੀਂ, ਕਿਸੇ ਦੇ ਲੱਤਾਂ ਬਾਹਾਂ ਤੇ ਮਤਲਬ ਇਵੇਂ ਡੰਡੇ ਵੱਜੇ ਨੇ। ਤੇ ਮੈਂ ਤੇ ਉਹ ਨਾ ਇਵੇਂ ਪਿੱਛੇ ਸਾ ਨਾ, ਉਹ ਮੇਰੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇ ਮੇਰੇ ਪਿੰਡ ਦਾ, ਉਹ ਜਾ ਕੰਡਿਆਂ 'ਚ ਫਸ ਗਿਆ। ਮੈਂ ਪਤਾ ਨਹੀਂ ਸੀ ਹੈ, ਨੰਗੇ ਪੈਰੋਂ ਸਾਂ ਕੰਡਿਆਂ 'ਚ, ਸਾਰੇ? ਹਾਂ ਸਾਰੇ। ਤੇ ਮੇਰਾ ਪੈਰ ਰੱਖਿਆ ਗਿਆ ਉਹਦੇ ਲੱਗ ਤੇ, ਮੈਂ ਤੇ ਨਿਕਲ ਗਿਆ, ਫਸ ਗਿਆ ਗਰੀਬ। ਉਹ ਪੁਲਿਸ ਵਾਲਾ ਬੜਾ ਨਸਿਆ ਉਹਦੇ ਪਿੱਛੇ ਨਾ, ਮਤਲਬ ਸੋਟਾ ਮਾਰਿਆ ਉਹਨੇ, ਉਹ ਜਾ ਟੈਨੀਆਂ ਨੂੰ ਵੱਜ ਗਿਆ, ਉਹ ਕੰਡਿਆਂ 'ਚ ਫਸਿਆ ਸੀ ਨਾ। ਮੈਨੂੰ ਮਸ਼ੇਰ ਕਹਿੰਦਾ ਸੀ ਮੇਰੇ ਪਿੰਡ ਦਾ, ਕਹਿੰਦਾ ਮਸ਼ੇਰਾ ਮੈਨੂੰ ਤੇ ਬਚਾ, ਆਪ ਨੱਸ ਚੱਲਾਂ। ਤੇ ਮੈਂ ਕਿਹਾ ਆ ਜਾ, ਆਪਣੀ ਆਪਣੀ ਤੋੜੇ ਇੱਥੇ ਤੇ ਭਾਈ। ਅਸੀਂ ਉਹ ਮਾਰਦਾ ਰਿਹਾ, ਲੇਕਿਨ ਉਹਨੂੰ ਵੱਜਿਆ ਨਾ, ਉਹਨੇ 5-6 ਡੰਡੇ ਮਾਰੇ ਨੇ ਉੱਥੇ, ਲੇਕਿਨ ਔਖਾ ਸੌਖਾ ਹੋ ਗਿਆ ਨਾ, ਦੀ ਸਾਰੀ ਬਾਹਾਂ ਛਿੱਲੀਆਂ ਗਈਆਂ ਸਨ, ਮਤਲਬ ਹਾਂਜੀ ਆ ਜਿਸਮ ਵੀ ਛਿੱਲਿਆ ਗਿਆ। ਸ਼ਰਟਾਂ ਲਵਾਈਆਂ ਹਨ? ਸ਼ਰਟਾਂ ਟੀ-ਸ਼ਰਟ ਹੈ ਸੀ ਨਾ, ਤੇ ਇਹ ਬਾਜ਼ੂ ਤੇ ਨਹੀਂ ਸੀ ਹੈ ਕੋਈ ਕਪੜਾ, ਤੇ ਇਹ ਬਾਜ਼ੂ, ਇਹ ਮੂੰਹ, ਇਹ ਹਰ ਸ਼ਾਇਦ ਛਿੱਲੇ ਗਏ ਸਨ। ਮੇਰੇ ਕੋਲ ਇੱਥੇ ਵੀ ਨਿਸ਼ਾਨ ਹੈ ਨੇ, ਕਿਤਨੇ ਨਿਸ਼ਾਨ ਨੇ ਇੱਥੇ। ਹੁਣ ਤੇ ਸਹੀ ਹੋ ਗਿਆ ਨਾ, ਦਵਾਈ ਸ਼ਵਾਈ ਲਾਈ ਹੈ। ਤੇ ਉੱਥੋਂ ਅਸੀਂ ਬਾਹਰ ਜਦੋਂ ਉਹਨਾਂ ਦੀ ਹਦੂਦ 'ਚੋਂ ਨਿਕਲ ਆਏ ਨਾ, ਕਰੋਸ਼ੀਆ ਦੀ ਤੇ ਬੋਸਨੀਆ ਦੀ 'ਚ ਵੜ ਗਏ। ਉੱਥੇ ਲੱਗਾ ਸੀ ਮਤਲਬ ਇੱਕ ਬੈਨਰ, ਲੋਕੇਸ਼ਨ ਤੇ ਸਾਡੇ ਕੋਲ ਅੱਗੇ ਨਹੀਂ ਸੀ ਹੈ, ਮੋਬਾਈਲ ਵੀ ਨਹੀਂ ਸੀ ਹੈ, ਸਾਰਾ ਕੁਝ ਰੱਖ ਲੈਂਦੇ, ਹਰ ਸ਼ੈ ਲੈ ਲਈ ਸੀ ਉਹਨਾਂ ਨੇ, ਹਰ ਸ਼ੈ। ਤੇ ਅਸੀਂ ਉਹ ਫੋਲੋ ਕਰਦੇ ਗਏ ਆ ਇੱਕ ਪੇ ਤੇ, ਤਕਰੀਬਨ 10 ਤੋਂ 12 ਕਿਲੋਮੀਟਰ ਅਸੀਂ ਪੈਦਲ ਕੀਤਾ। ਪੈਰਾਂ ਤੇ ਛਾਲੇ ਬਣ ਗਏ, ਖੂਨ ਨਿਕਲੇ ਪਿਆ, ਰੋਡ ਤੇ ਚੜ੍ਹੇ ਆ। ਸਹੀ ਹੈ ਜੀ, ਮਿਲਦੇ ਗਏ ਨੇ ਬਕਾਇਆ, ਕਿਸੇ ਨੇ ਹੈਲਪ ਕੀਤੀ, ਕਈ ਨਹੀਂ ਕਰਦੇ। ਵੈਸੇ ਇੱਥੇ ਵੀਡੀਓ ਬਹੁਤ ਲੰਮੀ ਹੋ ਗਈ ਮੈਨੂੰ ਲੱਗਦਾ, ਤੇ ਅਗਲੇ ਪਾਰਟ ਦੇ ਵਿੱਚ ਇਹ ਸਟੋਰੀ ਨਾ ਕਰ ਲਈਏ। ਹਾਂ ਤੇ ਦੋਸਤੋ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਹਰ ਦਫਾ, ਤੇ ਫਿਰ ਲੰਮੀ ਕਈ ਬੰਦਿਆਂ ਨੇ ਯਾਰ ਤੁਸੀਂ ਬੜੀ ਲੰਮੀ ਬਣਾ ਛੱਡਦੇ ਹੋ, ਬਿਲਕੁਲ। ਤੇ ਇੱਥੇ ਖਤਮ ਕਰਨੇ ਆ। ਜਿਹੜੀ ਅੱਗੋਂ ਡਿਪੋਰਟ ਹੋਏ ਨੇ, ਹੁਣ ਟੈਂਪ 'ਚ ਕਈ ਪਹੁੰਚਣਗੇ, ਫਿਰ ਅਗਲੀਆਂ ਨਾਲ 2 ਟੰਕੀਆਂ ਹੋਰ ਲਾਉਣੀਆਂ ਨੇ, ਇੱਕ ਨਾਕਾਮ ਹੋਣੀ ਤੇ ਦੂਜੀ 'ਚ ਨਾ ਫਿਰ ਪਹੁੰਚਣਾ ਹੈ। ਉਹ ਤੁਹਾਡੇ ਇਹਦੇ ਤੋਂ ਅੱਗੇ ਇੱਕ ਹੋਰ ਨਾਕਾਮ ਹੋਣੀ ਹੈ, ਫਿਰ ਅਗਲੀ 'ਚ ਪਹੁੰਚਣਾ, ਉਹ ਤੁਹਾਡੇ ਨਾਲ ਨੈਕਸਟ ਸ਼ੇਅਰ ਕਰਾਂਗੇ। ਬਿਲਕੁਲ। ਤੇ ਫਿਰ ਤੁਹਾਡੇ ਅੱਗੇ ਰਿਕੁਐਸਟ ਹੈ, ਇਜਲਾਸ ਭਾਈ ਨੂੰ ਯਾਰ ਫਾਲੋ ਕਰੋ ਮਿਹਰਬਾਨੀ। ਟਿਕਟੋਕ ਦੇ ਉੱਤੇ, ਲਿੰਕ ਤੁਹਾਨੂੰ ਮਿਲ ਜਾਏਗਾ ਥੱਲੇ। ਤੇ ਦੁਆਵਾਂ 'ਚ ਯਾਦ ਰੱਖੋ। ਅੱਲਾਹ ਹਾਫਿਜ਼।